ਚੈਨਲ 7 ਡੇ ਨਿਊਜ਼ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਚੈਨਲ 7 ਡੇ ਨਿਊਜ਼ ਅੱਜ ਫਿਰ ਤੁਹਾਡੇ ਰੂਬਰੂ ਇੱਕ ਮਾਣਮੱਤੀ ਸ਼ਖਸੀਅਤ ਨੂੰ ਕਰਨ ਜਾ ਰਿਹਾ ਹੈ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡਾ ਨਮਾਣਾ ਖੱਟਿਆ। ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਬਲਕਾਰ ਸਿੰਘ ਸਿੱਧੂ ਨੇ ਗਾਇਕੀ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਤੇ ਰਾਜਨੀਤੀ ਖੇਤਰ ਵਿੱਚ ਵੀ ਉਹਨਾਂ ਨੇ ਲੰਮੀਆਂ ਪੈੜਾਂ ਛੱਡੀਆਂ ਹਨ। ਅੱਜ ਤੁਹਾਡੇ ਉਹਨਾਂ ਦੇ ਰੂਬਰੂ ਕਰਨ ਜਾ ਰਹੇ ਹਾਂ, ਜਾਣਦੇ ਹਾਂ ਉਹਨਾਂ ਦਾ ਪਿਛਲਾ ਤੇ ਅਜੋਕੇ ਦੇ ਸਮੇਂ ਨਾਲ ਭਵਿੱਖ ਵਿੱਚ ਕੀ ਯੋਜਨਾਵਾਂ ਹਨ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਚੈਨਲ 7 ਡੇ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਭਾਜੀ। ਚੈਨਲ 7 ਡੇ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ, ਤੁਸੀਂ ਪੰਜਾਬ ਦੀ ਤੋਂ ਇਲਾਵਾ ਪੂਰੇ ਦੇਸ਼ ਦੇ ਇੱਥੋਂ ਤੱਕ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਬੜੀ ਪ੍ਰਸਿੱਧੀ ਖੱਟੀ ਹੋਈ ਹੈ। ਗਾਇਕੀ ਦੇ ਖੇਤਰ ਵਿੱਚ ਬੜੀ ਸ਼ੋਹਰਤ ਹੈ। ਚਲੋ, ਗਾਇਕੀ ਦੇ ਖੇਤਰ ਦੇ ਵਿੱਚ ਜਿਨ੍ਹਾਂ ਟਾਈਮਾਂ 'ਚ ਤੁਸੀਂ ਸੀ, ਉਦੋਂ ਧਨ ਦੀ ਵੀ ਕੋਈ ਕੁਬੇਰ ਦੇ ਖਜ਼ਾਨੇ ਤੁਹਾਡੇ ਕੋਲ ਉਸ ਮਾਮਲੇ 'ਚ ਵੀ ਹੈਗੇ ਆ। ਫਿਰ ਰਾਜਨੀਤੀ ਦੇ ਗੰਧਲੇ ਜਿਹੇ ਮਾਹੌਲ ਨੂੰ ਕਿਉਂ ਉਤਰਨਾ ਪਿਆ? ਦੇਖੋ ਜੀ, ਗੰਧਲਾ ਮਾਹੌਲ ਬਣਾ ਦਿੱਤਾ, ਸਾਰਿਆਂ ਨੂੰ ਮਾਂ ਕਹਿੰਦਾ। ਹਰ ਪਾਰਟੀ ਦੇ ਵਿੱਚ ਚੰਗੇ ਲੋਕ ਵੀ ਹੈਗੇ ਆ ਜੀ, ਤੇ ਗੰਧਲਾ ਬਣਾਉਣ ਵਾਲੇ ਵੀ ਹੈਗੇ ਆ ਰਾਜਨੀਤੀ ਨੂੰ। ਜਿਹੜਾ ਸਾਡੀ ਡਿਊਟੀ ਲਾਈ ਪਰਮਾਤਮਾ ਨੇ ਗਾਉਣ ਦੀ। ਜੀ ਸਰ। ਪਰਮਾਤਮਾ ਦੀ ਮਿਹਰ ਸਦਕਾ ਅਸੀਂ ਗੀਤਾਂ ਰਾਹੀਂ, ਪੰਜਾਬੀ ਗੀਤਾਂ ਰਾਹੀਂ ਲੋਕਾਂ ਦੀ ਸੇਵਾ ਕੀਤੀ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਜੀ। ਰੱਜ ਕੇ ਪਿਆਰ ਦਿੱਤਾ, ਰੱਜ ਕੇ ਮਾਣ ਦਿੱਤਾ ਤੇ ਰੱਜ ਕੇ ਨਾਵਾਂ ਦਿੱਤਾ, ਖੁਸ਼ੀਆਂ ਦਿੱਤੀਆਂ, ਸੁੱਖ ਦਿੱਤਾ ਮੇਰੇ ਪੰਜਾਬੀਆਂ ਨੇ। ਦੁਨੀਆ 'ਚ ਬੈਠੇ ਪੰਜਾਬੀ, ਪੰਜਾਬ ਵਸਾਈ ਬੈਠੇ ਮੇਰੇ ਸਾਰੇ ਪਿਆਰਿਆਂ ਨੇ ਮੈਨੂੰ ਅੱਜ ਜੋ ਮੈਂ ਖੁਸ਼ੀ ਤੇ ਸੁੱਖ ਦੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ, ਉਹਦੇ ਵਿੱਚੋਂ ਮੈਨੂੰ ਕਾਰਾਂ ਕੋਠੀਆਂ ਇਹ ਸਾਰਾ ਪੰਜਾਬੀ ਦੇ ਦੇਣ ਆ। ਮੈਂ ਹਰ ਇੰਟਰਵਿਊ ਦੇ ਵਿੱਚ ਕਹਿੰਦਾ ਹੁੰਦਾ, ਕਿਰਤੀ ਮਜ਼ਦੂਰ ਤੋਂ ਲੈ ਕੇ ਕਿਸਾਨ, ਆੜ੍ਹਤੀਆਂ, ਵਪਾਰੀਆਂ ਸਾਰਿਆਂ ਨੇ ਮੇਰੀ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਵਿੱਚ ਹਿੱਸਾ ਪਾਇਆ। ਕਾਰਨ ਕੀ ਹੈ? ਮੈਨੂੰ ਕਈ ਲੋਕਾਂ ਨੇ ਆਖਿਆ, ਤੂੰ ਲੈਣਾ ਕੀ ਆ ਬਿਲਕੁਲ ਇਹੋ ਜਿਹੇ ਕੰਮ ਤੋਂ। ਹਾਂ, ਦੇਖੋ ਕਿੰਨਾ ਇਹ ਗੱਲ ਔਖੀ ਹੈ ਕਹਿਣੀ, ਕੀ ਲੈਣਾ ਯਾਰ। ਹਾਂ, ਇਹਨੂੰ ਇੰਨਾ ਮਾੜਾ ਰਾਜਨੀਤੀ ਨੂੰ ਬਣਾ ਦਿੱਤਾ ਇਹਨਾਂ ਲੋਕਾਂ ਨੇ। ਬਿਲਕੁਲ। ਤੁਸੀਂ ਯਾਦ ਕਰੋ ਪੁਰਾਣੇ ਉਹ ਲੀਡਰ ਜਿਨ੍ਹਾਂ ਨੇ ਮੋਢੇ 'ਤੇ ਦੁਪੱਟਾ ਰੱਖ ਕੇ ਬੱਸਾਂ 'ਤੇ ਚੜ੍ਹ ਕੇ ਜਾ ਕੇ ਸਮਾਜ ਸੇਵਾ ਕਰਦੇ, ਜਿੱਥੇ ਰਾਤ ਪੈਂਦੀ ਦੁਪੱਟਾ ਵਿਛਾ ਕੇ ਉੱਥੇ ਬੱਸ ਸਟੈਂਡ 'ਤੇ ਸਟੇਸ਼ਨਾਂ 'ਤੇ ਸੌਂ ਜਾਂਦੇ ਸੀ। ਇਹਨਾਂ ਦੇ ਵਿੱਚ ਵੜ ਕੇ ਵਪਾਰੀ ਜੀ ਉਦੋਂ ਹੁੰਦੇ ਸੀ ਸੱਚੀ ਸਮਾਜ ਸੇਵਾ ਕਰਨ ਵਾਲੇ, ਕਿਸੇ ਵੀ ਪਾਰਟੀ 'ਚ ਹੁੰਦੇ ਸੀਗੇ। ਉਹਨਾਂ ਨੇ ਸੱਚੀ ਆਤਮਾ ਦੇ ਨਾਲ, ਉਹਨਾਂ ਦੇ ਅਕਾਊਂਟ ਖਾਲੀ ਹੁੰਦੇ ਸੀ। ਬਿਲਕੁਲ, ਅਕਾਊਂਟ ਦਾ ਉਦੋਂ ਉਹਨਾਂ ਕੀ ਸੀ, ਉਹਨਾਂ ਦੇ ਖੀਸੇ ਖਾਲੀ ਹੁੰਦੇ ਸੀ, ਮਾਸਟਰ ਤਾਰਾ ਸਿੰਘ ਵਰਗਿਆਂ ਦੇ। ਹਾਂਜੀ। ਹੁਣ ਕੀ ਹੈ? ਹੁਣ ਮੇਰਾ ਖਿਆਲ ਹੈ ਵੀ ਇਹਨਾਂ ਨੇ ਖਾਲੀ ਕਰ ਦਿੱਤਾ ਸਾਰਾ ਪੰਜਾਬ। ਇਹ ਕਿਉਂ ਆਏ? ਮੈਨੂੰ ਕਈਆਂ ਨੇ ਆਖਿਆ, ਤੂੰ ਲੈਣਾ ਕੀ ਸੀ? ਦੇਖੋ, ਜੇ ਅਸੀਂ ਨਹੀਂ ਲੈਣਾ ਤਾਂ ਤੁਸੀਂ ਵੀ ਨਹੀਂ ਲੈਣਾ, ਕਿਸੇ ਨੇ ਨਹੀਂ ਲੈਣਾ। ਫਿਰ ਸਾਡਾ ਪੰਜਾਬ ਖਤਮ ਹੁੰਦਾ ਜਾ ਰਿਹਾ। ਰੰਗਲਾ ਪੰਜਾਬ ਇਹਨਾਂ ਨੇ ਖਾ ਲਿਆ। ਸਾਡੀ ਜਵਾਨੀ ਵਿਦੇਸ਼ਾਂ 'ਚ ਜਾ ਰਹੀ ਹੈ। ਵਿਦੇਸ਼ਾਂ ਦੇ ਵਿੱਚ ਉਹ ਗੱਭਰੂ ਜਾ ਰਹੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉੱਨਤੀ ਲਈ, ਉਹਨੇ ਤਰੱਕੀ ਲਈ ਉਹਨਾਂ ਨੇ ਮਿਹਨਤ ਕਰਨੀ ਸੀ, ਉਹਨਾਂ ਨੇ ਇਕੋਨਮੀ ਦੀ ਅਪ ਕਰਨੀ ਸੀ, ਉਹਨਾਂ ਨੇ ਸਾਡੀ ਖੇਤੀਬਾੜੀ ਲਈ ਕੁਛ ਕਰਨਾ ਸੀਗਾ। ਬੜੇ ਪੜ੍ਹੇ ਲਿਖੇ ਬੱਚੇ ਉੱਧਰ ਜਾ ਰਹੇ ਨੇ, ਉੱਥੇ ਜਾ ਕੇ ਕੀ ਕਰ ਰਹੇ ਤੁਹਾਨੂੰ ਪਤਾ ਹੀ ਹੈ। ਇੱਕ ਸਾਡੀ ਮਜਬੂਰੀ ਆ, ਇੱਕ ਧਰਤੀ ਛੱਡਣੀ, ਸਾਡੇ ਮਾਪੇ ਛੱਡਣੇ, ਸਾਡਾ ਪਿੰਡ ਛੱਡਣਾ, ਸਾਡਾ ਗ੍ਰਾਂ ਛੱਡਣਾ, ਕਿਉਂਕਿ ਉੱਥੇ ਜਾ ਕੇ ਬਹੁਤ ਔਖਾ। ਇਹ ਆਪਾਂ ਅਗਲੀ ਗੱਲ ਕਰਦੇ, ਤੁਹਾਨੂੰ ਮੈਂ ਦੱਸਦਾ ਵੀ ਕੀ ਹੋਇਆ ਸੀ। ਸਿੱਧੂ ਸਾਹਿਬ, ਪਹਿਲਾਂ ਆਪ 'ਚ, ਫਿਰ ਬਾਗੀ, ਫਿਰ ਕਾਂਗਰਸ ਤੇ ਹੁਣ ਮੁੜ ਆਪ 'ਚ, ਇਹ ਕਿਉਂ? ਦੇਖੋ, ਮੈਂ ਆਮ ਆਦਮੀ ਪਾਰਟੀ ਦਾ ਮੈਂ ਮੁੱਢਲਾ ਮੈਂਬਰ ਜੀ। ਪਹਿਲਾਂ ਕਿਸੇ ਪਾਰਟੀ ਦੇ ਵਿੱਚ ਮੈਂ ਠੀਕ ਆ ਵੀ ਮੈਨੂੰ ਮੁਹੱਬਤ ਤੌਰ 'ਤੇ ਮੈਂ ਕਿਸੇ ਕੈਂਡੀਡੇਟ ਦੀ ਮਦਦ ਵੀ ਕੀਤੀ ਹੈ। ਸਾਡਾ ਪ੍ਰੋਫੈਸ਼ਨ ਆ, ਸਾਡਾ ਅਸੀਂ ਪ੍ਰੋਫੈਸ਼ਨਲ ਤੌਰ 'ਤੇ ਮੈਂ ਪੈਸੇ ਲੈ ਕੇ ਵੀ ਮੈਂ ਰੈਲੀਆਂ 'ਤੇ ਗਾਇਆ। ਸਾਡਾ ਕੰਮ ਬਿਲਕੁਲ। ਉਹ ਆਮ ਆਦਮੀ ਪਾਰਟੀ 'ਤੇ ਅਸੀਂ ਜਦੋਂ ਅੰਨਾ ਹਜ਼ਾਰਾ ਜੀ ਦੀ ਮੂਵਮੈਂਟ ਸੀ, ਉਹਦੇ ਵਿੱਚੋਂ ਪਾਰਟੀ ਨਿਕਲੀ ਆਮ ਆਦਮੀ ਪਾਰਟੀ। ਅਸੀਂ ਕੇਜਰੀਵਾਲ ਸਾਹਿਬ 'ਤੇ ਪ੍ਰਭਾਵਿਤ ਹੋ ਕੇ ਪਾਰਟੀ ਜੁਆਇਨ ਕੀਤੀ। ਦੱਬ ਕੇ ਅਸੀਂ ਕੰਮ ਕੀਤਾ। ਲੋਕ ਸਭਾ ਹਲਕਾ ਸੰਗਰੂਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿੱਤੇ, ਫਰੀਦਕੋਟ ਤੋਂ ਸਾਡੇ ਪ੍ਰੋਫੈਸਰ ਸਾਧੂ ਸਿੰਘ ਜੀ ਉਹ ਜਿੱਤੇ। ਉਹਨਾਂ ਨੇ ਬੜੀ ਮਿਹਨਤ ਕੀਤੀ, ਟਿਕਟ ਵੀ ਮਿਲ ਗਈ। ਪਹਿਲੀ ਟਿਕਟ ਵਿਧਾਨ ਸਭਾ ਦੀ ਮੈਨੂੰ ਪਾਰਟੀ ਨੇ ਦਿੱਤੀ। ਗੱਲ ਫਿਰ ਗੰਦੀ ਦੀ ਆ ਜਾਂਦੀ, ਗੰਦੀ ਰਾਜਨੀਤੀ। ਹਾਂ, ਗੰਦਲੇ ਮਾਹੌਲ ਦੀ, ਗੰਦਲੀ ਰਾਜਨੀਤੀ। ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਝ ਇੱਦਾਂ ਦੇ ਲੋਕ ਰਲ ਗਏ ਸੀ, ਜਾਂ ਘੁਸਪੈਠ ਕਰਾ ਦਿੱਤੀ ਸੀ ਦੂਜੀਆਂ ਪਾਰਟੀਆਂ ਨੇ, ਕਿ ਪਤਾ ਡਰਨ ਲੱਗ ਗਏ ਸੀ ਵੀ ਇਹ ਤਾਂ ਸਾਰਿਆਂ ਦਾ ਪਾਸਾ ਮੁੱਦਾ ਕਰੋ ਜੀ।
ਉਹ ਜਦੋਂ ਮਾੜੇ ਬੰਦੇ ਪਾਰਟੀ 'ਚ ਰਲ ਗਏ ਤੇ ਉਹਨਾਂ ਨੂੰ ਚੰਗਿਆਂ ਦੀ ਲੋੜ ਨਹੀਂ ਸੀ, ਸਾਡੇ ਵਰਗਿਆਂ ਨੂੰ ਫਿਰ ਇੱਦਾਂ ਵੱਢ ਦਿੱਤਾ, ਅਸੀਂ ਲੋਕ ਬਾਹਰ ਕਰ ਦਿੱਤੇ। ਮੈਂ ਕਾਂਗਰਸ ਦੇ ਵਿੱਚ ਕਿਵੇਂ ਆਇਆ? ਜਦੋਂ ਅਸੀਂ ਰਾਜਨੀਤੀ 'ਚ ਆ ਹੀ ਗਏ, ਮੈਂ ਆਜ਼ਾਦ ਚੋਣ ਕਿਉਂ ਲੜੀ? ਕਿਉਂਕਿ ਮੇਰੇ ਤੇ ਕੁਝ ਲੋਕਾਂ ਨੇ ਇਲਜ਼ਾਮ ਕਥਿਤ ਤੌਰ ਤੇ ਇਲਜ਼ਾਮ ਮੈਂ ਕਿਹਾ ਵੀ ਕੋਈ ਵੀ ਦੁਨੀਆ ਦੇ ਵਿੱਚ ਮੈਂ 1 ਰੁਪਈਏ ਤੋਂ ਲੈ ਕੇ ਕੋਈ ਠੱਗੀ ਮਾਰੀ ਹੋਵੇ ਜਾਂ ਕਿਸੇ ਦੇਣਾ ਹੋਵੇ ਤਾਂ ਮੈਂ ਅੱਜ ਇਹ ਮੈਦਾਨ 'ਚ ਆ ਜਾਓ, ਮੈਨੂੰ ਪੁੱਛੋ ਤੇ ਮੈਥੋਂ ਮੰਗੋ ਜੇ ਦੇਣਾ ਤਾਂ ਜੀ। ਉਹ ਸਾਰੀਆਂ ਗੱਲਾਂ ਝੂਠ ਸੀਗੀਆਂ, ਉਹ ਕਹਿਣ ਵਾਲੇ ਆਪ ਹੀ ਨਿਕਲ ਗਏ ਪਾਰਟੀ 'ਚੋਂ। ਹਾਂ, ਮੈਂ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਮੱਥੇ ਨੂੰ ਲਾ ਕੇ ਬਠਿੰਡੇ ਦੀ ਧਰਤੀ, ਹਾਂ ਬਠਿੰਡਾ ਦੀ ਧਰਤੀ, ਦਮਦਮਾ ਸਾਹਿਬ ਵੱਲ ਆਪਣਾ ਮੂੰਹ ਕਰਕੇ ਜੀ, ਮੈਂ ਨਹੀਂ ਪ੍ਰਭਾਵਿਤ ਹੋਇਆ, ਲਵਾਸ ਜੀ ਸਾਰਾ ਪੰਜਾਬ ਪ੍ਰਭਾਵਿਤ ਹੋ ਗਿਆ। 77 ਸੀਟਾਂ ਆਈਆਂ ਜੀ। ਹਾਂਜੀ, ਕਿਉਂ ਪ੍ਰਭਾਵਿਤ ਹੋਇਆ? ਵੀ ਯਾਰ ਸਾਡਾ ਪੰਜਾਬ ਬਚ ਜੂ, ਕੋਈ ਹੋਵੇ ਇਹੋ ਜਿਹਾ ਇਨਸਾਨ ਕੋਈ ਵੀ ਧਰਤੀ 'ਤੇ ਆਵੇ ਸਾਡੇ ਪੰਜਾਬ ਦੇ ਲਈ ਉਹ ਸੇਵਾ ਕਰੇ ਵੀ ਸਾਡਾ ਰੰਗਲਾ ਪੰਜਾਬ ਬਚ ਜੂ, ਉਹ ਸਾਡੀ ਜਵਾਨੀ ਬਚ ਜੂ, ਉਹ ਸਾਡੇ ਗੱਭਰੂ ਜੋ ਬਾਹਰ ਜਾਂਦੇ ਵਿਦੇਸ਼ਾਂ ਦੇ ਵਿੱਚ ਘਰ ਘਰ ਨੌਕਰੀ ਦਿਓ। ਅਸੀਂ ਜੇ ਘਰ ਘਰ ਨੌਕਰੀ ਮਿਲ ਗਈ ਹਰ ਬੱਚੇ ਨੂੰ, ਕਿਉਂ ਜਾਓ ਵਿਦੇਸ਼ ਦੇ ਵਿੱਚ? ਬਿਲਕੁਲ। ਨਸ਼ਿਆਂ 'ਚ ਸਾਡਾ ਪੰਜਾਬ ਡੁੱਬਿਆ ਹੋਇਆ, ਕੈਪਟਨ ਅਮਰਿੰਦਰ ਸਿੰਘ ਬਚਾ ਲੂ, ਕਿਉਂਕਿ 5 ਬੰਦਿਆਂ 'ਚ ਕੋਈ ਸਹੁੰ ਖਾ ਲੇ ਨਾ, 5 ਬੰਦਿਆਂ 'ਚ ਉਹ ਵੀ ਨਹੀਂ ਮੁੱਕਰਦਾ। ਹਾਂ, ਉੱਥੇ ਦਾ ਵਿਸ਼ਵਾਸ ਹੋ ਗਿਆ, ਉੱਥੇ ਕਈ ਲੱਖ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਨੂੰ ਸਜ਼ਾਵਾਂ ਦਵਾਈਆਂ ਜਾਣਗੀਆਂ। ਬਾਈਬਲ ਕਲਾ ਗੋਲੀ ਕਾਂਡ ਦਾ ਹਾਂ ਉਹਦਾ ਕੋਈ ਹੱਲ ਲੱਭਿਆ ਜਾਊਗਾ। ਸਾਰਾ ਕੁਝ ਦੇਖਦੇ ਹੋਏ ਆੜਤੀਆਂ ਦਾ ਕਰਜ਼ਾ ਮਾਫ, ਬੈਂਕਾਂ ਦਾ ਕਰਜ਼ਾ ਮਾਫ, ਘਰ ਘਰ ਦਾ ਕਰਜ਼ਾ ਮਾਫ, ਐਡੇ ਵੱਡੇ ਵਾਅਦੇ ਕਰ ਲਏ। ਉਹਦੇ 'ਚ ਮੈਂ ਵੀ ਪ੍ਰਭਾਵਿਤ ਹੋ ਗਿਆ। ਮੈਂ ਕਿਹਾ ਕੈਪਟਨ ਸਾਹਿਬ ਕੋਈ ਵੀ ਹੋਵੇ ਬੇਸ਼ੱਕ ਬੰਦਾ ਜਿਹੜਾ ਸਾਡੇ ਪੰਜਾਬ ਨੂੰ ਬਚਾਉਣ ਲਈ ਆ ਜਾਏ ਨਾ, ਅਸੀਂ ਉਹਨਾਂ ਦੇ ਪ੍ਰਭਾਵਿਤ ਹੋਣੇ, ਕੁੱਲ ਪੰਜਾਬੀ ਪ੍ਰਭਾਵਿਤ ਹੋਇਆ। ਅਸੀਂ ਆ ਗਏ ਹਾਂ, ਮੈਂ ਪਾਰਟੀ 'ਚ ਰਿਹਾ, ਅੱਜ ਵੀ ਹੁੰਦਾ, ਕੱਲ੍ਹ ਵੀ ਹੁੰਦਾ, ਹੁਣ ਵੀ ਹੁੰਦਾ, ਕਰਦੇ ਕਰਦੇ ਆਹ ਦਿਨ ਆ ਗਿਆ ਜਿੱਦੇ ਹੁਣ ਹਾਈ ਕੋਰਟ ਦੇ ਵਿੱਚੋਂ ਇਹ ਰੱਦ ਹੋ ਗਈ, ਅਪੀਲ ਸੈੱਟ ਹੋ ਗਈ ਤੇ ਉਸ ਦਿਨ ਫਿਰ ਦਿਲ ਟੁੱਟਿਆ, ਛੱਡਿਆ ਇਹ ਸਾਰਾ ਕੁਛ। ਤੁਹਾਨੂੰ ਪਤਾ ਹੀ ਆ ਮੈਨੂੰ ਵਧੀਆ ਉਹਦਾ ਮਿਲਿਆ ਹੋਇਆ ਸੀ, SS ਬੋਰਡ ਦਾ ਮੈਂਬਰ ਸੀ। ਅਹੁਦੇ ਦੀ ਗੱਲ ਕਰ ਲਈਏ ਵੀ ਪਾਰਟੀ 'ਚ ਜਗ੍ਹਾ ਬਣਾਉਣ ਲਈ ਪਾਰਟੀ ਆਗੂ ਨੂੰ, ਪਾਰਟੀ ਵਰਕਰਾਂ ਨੂੰ ਲੰਬਾ ਸਮਾਂ ਲੱਗ ਜਾਂਦਾ ਹੈ। ਤੁਹਾਨੂੰ 4 ਕੁ ਵਰਿਆਂ ਦੇ ਵਿੱਚ, 3 ਕੁ ਵਰਿਆਂ ਦੇ ਵਿੱਚ ਹੀ ਕਾਂਗਰਸ ਪਾਰਟੀ ਨੇ ਇੱਕ ਅਹਿਮ ਅਹੁਦਾ SS ਬੋਰਡ ਦਾ ਮੈਂਬਰ ਬਣਾਇਆ, ਪਰ ਤੁਸੀਂ ਆਮ ਆਦਮੀ ਪਾਰਟੀ 'ਚ ਆਉਣ ਦੇ ਲਈ ਉਸ ਅਹੁਦੇ ਨੂੰ ਵੀ ਲੱਤ ਮਾਰੀ ਕਿਉਂ? ਜੀ ਅਹੁਦੇ ਚੰਗੇ ਨਹੀਂ ਲੱਗਦੇ ਜੀ, ਅਹੁਦਿਆਂ ਲਈ ਨਹੀਂ ਮੈਂ ਕੰਮ ਕਰਦਾ। ਉਹਦਾ ਤਾਂ ਮੈਨੂੰ ਪੰਜਾਬੀਆਂ ਨੇ ਬਹੁਤ ਟਾਈਮ ਦਾ ਬਖਸ਼ਤਾ, 20 ਸਾਲ ਹੋ ਗਏ, 25 ਸਾਲ ਹੋ ਗਏ ਰੋਜੀ ਰੋਟੀ ਦਿੰਦਿਆਂ ਨੂੰ। ਐਡਾ ਵੱਡਾ ਨਾਮ ਦਿੱਤਾ ਮੇਰੇ ਪੰਜਾਬੀਆਂ ਨੇ, ਐਦੂ ਵੱਡਾ ਉਹਦਾ ਮੈਨੂੰ ਲੱਗਦਾ ਵੀ ਹੋਰ ਮੈਨੂੰ ਨਹੀਂ ਲੱਗਦਾ ਚੰਗਾ। ਜਦੋਂ ਮੈਂ ਦੇਖੋ ਅੱਜ ਕਿੰਨੀਆਂ ਪੋਸਟਾਂ ਕੱਢੀਆਂ ਪੰਜਾਬ ਸਰਕਾਰ ਨੇ ਜੀ, ਸਾਨੂੰ ਫੋਨ ਆਉਂਦੇ ਸੀ ਲੋਕਾਂ ਦੇ, ਪਰ ਮੈਂ ਇਹ ਅਜਿਹਾ ਕੰਮ ਨਹੀਂ ਕਰਨਾ ਚਾਹੁੰਦਾ ਸੀ ਵੀ ਜੇ ਫੋਨ ਆਉਂਦੇ ਮੈਂ ਕਿਸੇ ਫੋਨ ਦੇ ਆਧਾਰ 'ਤੇ ਫਰਮਾਇਸ਼ ਕਰਕੇ ਕਿਸੇ ਬੱਚੇ ਨੂੰ ਆਪਾਂ ਨੌਕਰੀ ਦਿਵਾਉਂਦੇ। ਜੇ ਮੈਂ ਉੱਥੇ ਡਿਊਟੀ ਕਰਦਾ ਤਾਂ ਮੈਂ ਸੱਚ ਹੀ ਮੈਰਿਟ ਦੇ ਆਧਾਰ 'ਤੇ ਆਪਾਂ ਉਹਨਾਂ ਬੱਚਿਆਂ ਨੂੰ ਸਿਲੈਕਸ਼ਨ ਹੁੰਦੀ ਹੈ। ਮੇਰੇ ਆਪ ਦੇ ਬੱਚਿਆਂ ਨੇ ਵੀ ਪੇਪਰ ਦੇਣੇ ਆ ਜੀ, ਮੇਰੇ ਬੱਚਿਆਂ ਨੇ ਵੀ ਪੇਪਰ ਦੇਣਾ, ਮੇਰੀ ਬੇਟੀ ਨੇ ਵੀ ਪੇਪਰ ਦੇਣਾ। ਜੇ ਮੈਨੂੰ ਲਾਲਚ ਹੁੰਦਾ ਵੀ ਜਦ 2-4 ਮਹੀਨੇ ਹੋਰ ਕੱਢ ਲਾ ਬਲਕਾਰ ਸਿਆ ਤੇ ਬੱਚੇ ਸੈੱਟ ਕਰ ਲਈਏ ਆਪਾਂ, ਫੇਰ ਪਾਸਾ ਬਦਲ ਲਾਂਗੇ। ਅੱਛਾ, ਮੈਂ ਸੱਚੋ ਕਹਿੰਦਾ ਨਹੀਂ, ਮੈਂ ਦੇਖੋ ਮੈਂ ਪੰਜਾਬ ਲਈ ਹੈ ਤੇ ਰਹੂੰਗਾ, ਕਿਉਂਕਿ ਪੰਜਾਬੀਆਂ ਨੇ ਮੈਨੂੰ ਬਹੁਤ ਰੋਜੀ ਰੋਟੀ ਦਿੱਤੀ ਆ ਤੇ ਮੈਨੂੰ ਬੱਚੇ ਪਾਲਣ ਜੋਗਾ ਕਰਤਾ। ਮੇਰੇ ਬੱਚੇ ਨਾ ਵੀ ਸੈੱਟ ਹੋਣਗੇ, ਮੈਂ ਸਾਰੇ ਬੱਚਿਆਂ ਦੇ ਭਵਿੱਖ ਲਈ ਇਹ ਮੈਦਾਨ 'ਚ ਉਤਰਿਆ। ਸੌਖਾ ਕੰਮ ਨਹੀਂ ਇਹ। ਅਸੀਂ ਕਈ ਵਾਰੀ ਮੈਨੂੰ ਹੱਸਣ ਲੱਗ ਜਾਂਦੇ ਆ, ਕਹਿੰਦੇ ਲੈਣਾ ਕੀ ਸੀ ਯਾਰ, 2 ਘੰਟੇ 'ਚ ਖਾੜੇ ਲਾ ਕੇ ਪੈਸੇ ਲੈ ਕੇ ਘਰੇ ਵੜਦਾ। 2 ਸ਼ਾਮ ਤੱਕ ਜਿਹੜੇ ਵੇਲੇ ਮੈਂ ਘਰੇ ਵੜਦਾ 2 ਖਾੜੇ ਲਾ ਕੇ ਵੀ ਜਾ ਵੜਦੇ ਘਰੇ ਜੀ। ਬਿਲਕੁਲ ਬਿਲਕੁਲ 9 ਵਜੇ ਤੋਂ 8 ਵਜੇ ਤੋਂ ਨਿਕਲਦੇ, ਰਾਤ ਨੂੰ 10 ਵਜੇ ਘਰੇ ਵੜਦੇ ਆ, ਸਿਰਫ ਵੀ ਯਾਰ ਸਾਡਾ ਪੰਜਾਬ ਰੰਗਲਾ ਪੰਜਾਬ, ਕੋਲੀਆਂ 'ਤੇ ਆ ਜੇ, ਚੁੱਲ੍ਹਿਆਂ ਦੇ ਵਿੱਚ ਅੱਗ ਬਲੇ ਤੇ ਸੇਵਿਆਂ ਦੀ ਅੱਗ ਬੁੱਝ ਜੇ। ਸਿੱਧੂ ਸਾਹਿਬ, ਉਹ ਕਿਹੜੀ ਆਮ ਆਦਮੀ ਪਾਰਟੀ ਦਾ ਆਗੂ ਜਿਹਤੋਂ ਤੁਸੀਂ ਪ੍ਰਭਾਵਿਤ ਹੋ ਗਏ, ਜਾਂ ਉਹ ਆਮ ਆਦਮੀ ਪਾਰਟੀ ਦੀ ਕਿਹੜੀ ਨੀਤੀ ਸੀ ਜਿਹਨੇ ਤੁਹਾਨੂੰ ਦੁਬਾਰਾ 4 ਵਰਿਆਂ 4.5 ਵਰਿਆਂ ਤੋਂ ਬਾਅਦ ਫੇਰ ਖਿੱਚ ਕੇ ਲਿਆਂਦਾ ਇੱਥੇ? ਦੇਖੋ ਜੀ, ਆਮ ਆਦਮੀ ਪਾਰਟੀ ਦੀ ਨੀਤੀ ਤਾਂ ਇੰਨੀ ਚੰਗੀ ਆ। ਕੇਜਰੀਵਾਲ ਸਾਹਿਬ ਦੀ 3ਜੀ ਵਾਰ ਸਰਕਾਰ ਆਈ ਆ ਜੀ। ਕੇਜਰੀਵਾਲ ਸਾਹਿਬ 'ਤੇ ਪ੍ਰਭਾਵਿਤ ਨੇ ਸਾਰੇ ਲੋਕ, ਪੰਜਾਬੀ ਵੀ ਪ੍ਰਭਾਵਿਤ ਨੇ। 3ਜੀ ਵਾਰ ਸਰਕਾਰ ਆਈ ਹੈ, ਦਿੱਲੀ ਦਾ ਨਕਸ਼ਾ ਬਦਲ ਦਿੱਤਾ। ਵੱਡੀ ਗੱਲ ਹੈ ਸਿਹਤ ਤੇ ਵਿੱਦਿਆ ਜੀ। ਵਿੱਦਿਆ ਮੰਦਰ ਦੇਖੋ ਕਿੰਨੇ ਸੋਹਣੇ ਬਣਾ ਦਿੱਤੇ, 5 ਸਟਾਰ ਹੋਟਲਾਂ ਵਰਗੇ ਹੌਸਪੀਟਲ ਆ। ਮੈਂ ਕੱਲ੍ਹ ਵੀ ਇੱਕ ਇੰਟਰਵਿਊ ਦੇ ਵਿੱਚ ਆਖਿਆ, ਅਸੀਂ ਭਗਤੇ ਕਿਸੇ ਪਰਿਵਾਰ 'ਚ ਬੈਠੇ ਸੀਗੇ, ਉੱਥੇ ਇੱਕ ਮਾਈ ਕਹਿੰਦੀ ਵੀ ਪਿਛਲੀ ਵਾਰੀ ਅਸੀਂ ਉੱਥੇ ਐਡਮਿਟ ਹੋਣਾ ਪੈ ਗਿਆ, ਸਾਨੂੰ ਬਿਮਾਰ ਹੋ ਗਏ ਅਸੀਂ ਦਿੱਲੀ। 100 ਰੁਪਏ ਦੇ ਵਿੱਚ ਕਹਿੰਦੇ ਸਾਨੂੰ AC ਕਮਰਾ ਮਿਲਦਾ ਸੀ ਦਿਨ ਰਾਤ ਰਹਿਣ 'ਚ।
कि हसन लगी बेबे कहती खसमा नूं खावे गर्मी च बीमार होकर दिल्ली जा उड़िया करा 100 रुपये घरे तो इतने बिजली बहुत इतना बिल ही बहुत ज़्यादा आता घरे 10 रुपये रोटी कहते आपके घर तो सस्ती स्कूल तां फस्ट इतने है की है पंजाब च सानू चाहिए विद्या सानू चाहिए सेहत लई हॉस्पिटल दोने खत्म ने जे पढ़ाई आ वह भी महंगी आ स्कूलों टीचर नहीं टीचर बेचारे आपकी रोटी लभते फिरते हैं थां थां धक्के खाते हैं उत्थे जाके उन्होंने पिट स्यापा करते हैं किते मंत्री के बार मूहरे किते CM के बार मूहरे जाके ते जाते आपकी मंगा लैन अपना हक लैन ते छानी करते हैं डांगा मार मार शरीर छलियां देड़ के माँ कहती अज मेरी धी अज मेरा पुत आऊगा कुछ ज्वाइनिंग लैटर चंगा होगा ज्वाइनिंग लैटर लैके तो जो घरे आके कहना माँ मल्लो कर सिद्धू साहब ये शायद किसी ने तुसी सोशल मीडिया के उत्ते देखा तो किसी ने ये गल कही है भी अकाली ते कांग्रसियां नूं इस वार आपदे चोण मैनीफेस्टो दे विच लिखना चाहिए भी असीं तुहानूं पटियाले जां बठिंडे की धरती ते जां चंडीगढ़ की धरती ते भाई तुहाडे ते तशद्दद भी करिया करांगे जदों तुसीं साथों नौकरियां मंगोगे घर घर नौकरी देनी तो एक वक्री गल हैगी आ गल ये है जी दूजे नहीं कह दिया पिछली बारी कालियां ने थोड़े कुटिया बिल्कुल चुनिया हुआ नुमाइंदा जी सियाणा बैणा है जी मंत्री होके धीआं दी गुत्तां पट रहा बिल्कुल जे ਉਹਦੀ ਧੀ ਉਹਦੀ ਆਪਦੀ ਧੀ खैर ये पंजाब का जिहड़ा ਉਹ संताप ਨੌਕਰੀ ਲੈਣ ਜਾਂਦੀ ਨਾ ਉਹਦੀ ਧੀ ਜੇ ਗੁੱਤ ਪੱਟੀ ਹੁੰਦੀ ਕੁੱਟ ਕਾ ਕੇ ਘਰੇ ਉਹਦੀ ਫੇਰ ਦਰਦ ਹੁੰਦਾ ਉਹਦੇ ਸੀਨੇ 'ਚ ਵੀ ਇਹ ਗਰੀਬੀ ਇਹ ਪੜ੍ਹਾਈਆਂ ਕਿਵੇਂ ਕਰਾਉਂਦੇ ਬੱਚਿਆਂ ਨੂੰ दिन रात मेहनत मजदूरियां करके बच्चे पालते हैं सिद्धू साहब पिछली बारी रामपुरा हलके तो कांग्रेस लिए वोटां मंगियां तो इस बार तुसीं फिलहाल आम आदमी पार्टी का प्रचार कर रहे हो हुण तक जिन्हां लोकां नूं मिले उन्हां लोकां तो रवायती पार्टियां प्रति किहो जिहा गुस्सा रोह तुहानूं वेखण नूं विखाई दिता देखो जी मैं तो पिछले बारी भज्या सीगा जी भी यार पंजाब का कुछ सबर जी पार्टियां लई ना वो जिथे जोगी रोंदे उत्थे जांदा सी ना प्रोग्राम दिसदे सी घरों पैसे लाउंदा सी घरों ग्रुप दे पैसे दिंदा सीगा भी यार उदों किहड़ा मैं टिकट लई सी बिल्कुल जी पार्टी प्रचार लई जांदा भी कैप्टन साहब यार साडे पंजाब दा भला करनगे जिथे भी गया सारे कैंडीडेट जिते ਉਹੀ हाल उन्हां दा हो गया भुल गए सारे ਅਸੀਂ ਨਹੀਂ ਕਹਿੰਦੇ ਸਾਨੂੰ ਕੁਝ ਦਿਓ ਯਾਰ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ ਸਾਡੇ ਅੱਜ ਮੁੰਡੇ ਟੈਂਕੀ ਦੇ ਚੜੇ ਨੂੰ 95 100 ਦਿਨ ਹੋ ਗਿਆ ਉਹ ਦਿਸਦਾ ਨਹੀਂ ਤੇ ਆ ਮੰਤਰੀਆਂ ਦੇ ਮੁੰਡਿਆਂ ਨੂੰ ਪਤਾ ਨਹੀਂ ਇਹਨਾਂ ਨੂੰ MLA ਦੇ ਮੁੰਡੇ ਨੂੰ ਨੌਕਰੀਆਂ ਦੇ ਰਹੇ ਹੋ ਤੁਸੀਂ ਹੈ ਜਿਹੜੇ ਮੰਗਣ ਜਾਂਦੇ ਉਹਨੂੰ ਕੁੱਟਦੇ ਜਿਹਨੂੰ ਲੋੜ ਹੈ ਜਿਹਦੇ ਘਰੇ ਚੁੱਲ੍ਹੇ 'ਚ ਅੱਗ ਨਹੀਂ ਬਲਦੀ ਉਹਨੂੰ ਤਾਂ ਤੁਸੀਂ ਡਾਂਗਾ ਮਾਰ ਭੇਜ ਦਿੰਦੇ ਹੋ ਤੇ ਜਿਹਦੇ ਰੱਜੇ ਪੁੱਜੇ ਉਹਨੂੰ ਤੁਸੀਂ ਨੌਕਰੀਆਂ ਦਿੰਦੇ ਹੋ टिकटॉक से ਤੁਹਾਨੂੰ दिख जाते हैं मैं कहना भी वो जो टिकटॉक वाले वधिया मैसेज देंगे उन्होंने रोजी रोटी दिओ इत्थे साडे इंद्रजीत ने अपना वेट लिफ्टर इत्थे सूए के पुल ते ढाबा करी बैठा वो एशिया दे विच गोल्ड आ वर्ल्ड चैंपीयन वर्ल्ड दे विच पार्टिसिपेट किया उन्हें वो तो दिसदा नहीं इन्हूं नौकरी वास्ते एक चलो बच्ची ने वधिया कीता उहदे बाप नूं नौकरी देती आ ਉਹਦੀ कोई क्वालिफिकेशन ਉਹਨੂੰ ਦਿੱਤੀ ਇਹਨੂੰ क्यों नहीं दे सकते ਤੁਸੀਂ बिल्कुल ਇਹੋ ਜਿਹੇ ਹੀਰੇ ਪਤਾ ਨਹੀਂ ਕਿੰਨੇ ਕਰੂਲੀ ਜਾਂਦੇ ਨੇ ਇਹਨਾਂ ਨੂੰ ਦੇਖ ਕੇ ਪਤਾ ਨਹੀਂ ਸਾਡੇ ਪੰਜਾਬ ਦੇ ਮੁੰਡੇ ਕਿੱਡੇ ਕਿੱਡੇ ਸਪੋਰਟਸਮੈਨ ਬਣ ਕੇ ਵੀ ਉਹਨੂੰ ਨੌਕਰੀ ਮਿਲ ਗਈ ਆਪਾਂ ਵੀ ਮਿਹਨਤ ਮਾਰੀਏ ਜੇ ਇਹਨੂੰ ਨਹੀਂ ਮਿਲੀ ਨੌਕਰੀ ਤਾਂ ਉਤਸ਼ਾਹ ਹੋਣਗੇ ਅਗਲਾ ਕਹਿੰਦਾ ਆਪਾਂ ਕੀ ਲੈਣਾ ਹਾਲਾਤ ਬਹੁਤ ਗੰਦਲੇ ਆ ਜੀ ਇਹ ਹਾਲਾਤ ਜਿਹੜੇ ਇਹ ਐਤਕੀ ਲੋਕ ਦੱਸਣਗੇ ਹਰੇਕੇ ਵਾਰੀ ਬੁੱਧੂ ਬਣਾ ਕੇ ਤੋਂ ਐਡੇ ਭੋਲੇ ਨਹੀਂ ਲੋਕ ਜਿੰਨੇ ਕਹਿੰਦੇ ਇਹ ਪਹਿਲਾਂ ਭੋਲੇ ਸੀਗੇ ਪਰ ਇਹਨਾਂ ਨੇ ਦੱਸ ਦਿੱਤਾ ਵੀ ਇਹ ਭੋਲੇ ਲੋਕਾਂ ਨੂੰ ਐਤਕੀ ਦੱਸਣਗੇ ਰੱਬ ਵਸਦਾ ਪੰਜਾਬ 'ਚ ਤੇ ਰੱਬ ਨੇ ਵੀ ਨਹੀਂ ਮਾਫ ਕਰਨਾ ਸਿੱਧੂ ਸਾਹਿਬ ਪਹਿਲਾਂ ਮੌੜ ਹਲਕੇ 'ਚ ਤੁਸੀਂ ਵਿਚਰੇ ਪਿਛਲੇ 2017 ਦੇ ਵਿੱਚ ਇਸ ਵਾਰ ਰਾਮਪੁਰਾ ਹਲਕੇ 'ਚ ਵਿਚਰ ਰਹੇ ਹੋ ਹਾਈ ਕਮਾਂਡ ਨੇ ਹਾਂ ਕਰਤੀ ਕਿ ਨਹੀਂ ਮੈਂ ਤਾਂ ਕੰਮ ਕਰਨਾ ਹੈ ਕੋਈ ਹਾਂ ਨਹੀਂ ਆਪਾਂ ਮੌੜ ਵੀ ਜਾਣਾ ਹੈ ਮੈਂ ਬਠਿੰਡੇ ਵੀ ਜਾਣਾ ਭੁੱਚੋ ਵੀ ਅਸੀਂ ਕੰਮ ਕਰ ਰਹੇ ਹਾਂ ਜੀ ਇੱਥੇ ਰਾਮਪੁਰੇ ਵੀ ਮੈਨੂੰ ਲੁਧਿਆਣੇ ਵੀ ਭੇਜਿਆ ਪਾਰਟੀ ਲਈ ਮੈਂ ਦਿਨ ਰਾਤ ਮਿਹਨਤ ਕਰਦਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਉਣੀ ਹੈ ਮੈਂ ਅਪੀਲ ਕਰਦਾ ਬੇਨਤੀ ਕਰਦਾ ਪੰਜਾਬੀਆਂ ਨੂੰ ਐਤਕੀ ਯਾਰ ਪਾਸਾ ਬਦਲ ਦਿਓ नहीं फिर जिद्दां दे हैगे आपां बस किसी पासे जोग नहीं रहना सिद्धू साहब तुसीं कई हलकियां 'ਚ गए उन्हां हलकियां दे विच
ਵੀ ਤੁਹਾਨੂੰ ਆਮ ਆਦਮੀ ਪਾਰਟੀ ਜਾਂ ਐ ਮੰਨ ਲਈਏ ਪਿਛਲੀ ਉਹ ਅਕਾਲੀ ਭਾਜਪਾ ਸਰਕਾਰ ਸੀ ਜਾਂ ਮੌਜੂਦਾ ਅਕਾਲੀ ਬਸਪਾ ਗੱਠਜੋੜ ਆ, ਕਾਂਗਰਸ ਹੈ, ਇਹਨਾਂ ਰਵਾਇਤੀ ਪਾਰਟੀਆਂ ਤੋਂ ਤੁਹਾਨੂੰ ਲੱਗਦਾ ਵੀ ਲੋਕ ਖਹਿੜਾ ਛਡਾਉਣ ਦੀ ਤਿਆਰੀ 'ਚ? ਮੈਂ ਤਾਂ ਬੇਨਤੀ ਕਰਦਾ ਜੀ, ਖਹਿੜਾ ਛਡਾ ਲਓਗੇ ਤਾਂ ਚੰਗਾ, ਨਹੀਂ ਇੱਕ ਤੇ ਇੱਕ ਡਾਕੂ ਆਈ ਜਾਣਗੇ ਤੇ ਇੱਥੇ ਕੁਝ ਨਹੀਂ ਰਹਿਣਾ। ਇੱਕ ਇਹਨਾਂ ਨੇ ਮਾਰਤੇ, ਇੱਕ ਮੋਦੀ ਨੇ ਮਾਰਤੇ ਜੀ। ਆ ਮੋਦੀ ਨੇ ਐਸੇ ਕਾਲੇ ਕਾਨੂੰਨ ਬਣਾ ਕੇ ਦਿੱਤੇ ਆ ਜਿਨ੍ਹਾਂ ਕਰਕੇ ਸਾਡੇ ਕਿਸਾਨ, ਅਸੀਂ ਵੀ ਕਿਸਾਨ ਦੇ ਪੁੱਤਰ ਆ, ਸਾਡੇ ਕਲਾਕਾਰਾਂ ਨੇ ਵੀ, ਸਾਰੇ ਭਰਾਵਾਂ ਨੇ ਬੜਾ ਸਹਿਯੋਗ ਦਿੱਤਾ ਉਸ ਅੰਦੋਲਨ ਨੂੰ, ਗੀਤਾਂ ਰਾਹੀਂ, ਪ੍ਰਚਾਰ ਰਾਹੀਂ। ਸਾਰੇ ਪੰਜਾਬ ਨੇ, ਹਿੰਦੁਸਤਾਨ ਨੇ, ਪੰਜਾਬ ਦਾ ਕੱਲਾ ਕੱਲਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਉੱਥੇ ਗਏ ਆ, ਜਿਹਦੀ ਜ਼ਮੀਰ ਜਿਉਂਦੀ ਆ, ਸਾਰਿਆਂ ਦੀ ਜਿਉਂਦੀ ਆ ਸਾਡੇ ਪੰਜਾਬੀ ਦੀ। ਕਿਸੇ ਪਰਿਵਾਰ ਦਾ ਮੈਂਬਰ ਨਹੀਂ ਰਿਹਾ ਜਿਸ ਕਿਸੇ ਦੀ ਮਜਬੂਰੀ ਸੀ, ਇੱਥੋਂ ਘਰੋਂ ਬੈਠੇ ਨੇ ਵੀ ਉਸ ਅੰਦੋਲਨ ਦੇ ਵਿੱਚ ਹਿੱਸਾ ਪਾਇਆ। ਦੁਨੀਆ ਨੇ, ਸਾਰਿਆਂ ਨੇ ਉਸ ਅੰਦੋਲਨ ਦੇ ਹਿੱਸਾ ਪਾਇਆ। ਉਹ ਅਸੀਂ ਜਿੱਤ ਕੇ ਮੁੜਾਂਗੇ। ਕਾਲੇ ਕਾਨੂੰਨ ਜੇ ਰੱਦ ਨਾ ਕੀਤੇ ਗਏ ਤਾਂ ਫਿਰ ਆਪਾਂ ਖਤਮ ਹੋ ਜਾਵਾਂਗੇ। ਉਹ ਲੜਾਈ ਵੀ ਅਸੀਂ ਜਿੱਤ ਲਈ। ਤੁਸੀਂ ਵੀ ਹਿੱਕਾਂ ਲਾਈਆਂ ਉੱਥੇ? ਲਾਈਆਂ ਜੀ, ਲਾਈਆਂ। ਸਿੱਧੂ ਸਾਹਿਬ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ, ਉਹਨਾਂ ਬਾਰੇ ਜਾਂ ਮੌਜੂਦਾ ਸੁਖਬੀਰ ਸਿੰਘ ਬਾਦਲ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਕੀ ਟਿੱਪਣੀਆਂ, ਕੀ ਲੱਗਦੀ ਹੈ? ਉਹਨਾਂ ਨੇ ਬੜੇ ਦਾਅਵੇ ਕੀਤੇ ਆ ਵੀ ਸਰਕਾਰ ਹੈ ਜਿਹੜੀ ਉਹ ਅਕਾਲੀ ਬਸਪਾ ਸਰਕਾਰ ਹੁੰਝਾ ਫਿਰ ਜਿੱਤ, ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀਆਂ ਇਹ ਗੱਠਜੋੜ ਹੁੰਝਾ ਫਿਰ ਜਿੱਤ ਪ੍ਰਾਪਤ ਕਰਨਗੀਆਂ, ਅਸੀਂ ਮੁੜ ਸਿੱਖੀ ਵੱਲ ਵੱਧ ਰਹੇ ਹਾਂ। ਮੁੜ ਸਰਦਾਰ ਸੁਖਬੀਰ ਸਿੰਘ ਬਾਦਲ, ਉਹ ਰਵਨੀਤ ਸਿੰਘ ਬਿੱਟੂ ਨੇ ਪਿਛਲੇ ਦਿਨੇ ਇੱਕ ਬਿਆਨ ਦਿੱਤਾ ਸੀਗਾ ਤੇ ਉਹ ਸਮੁੱਚੇ ਪੰਜਾਬ ਦੇ ਵਿੱਚ ਅਕਾਲੀ ਤੇ ਬਸਪਾ ਮਿਲ ਕੇ ਇੱਕ ਮੈਮੋਰੈਂਡਮ ਵੀ ਦੇ ਰਹੇ ਨੇ। ਕੀ ਸੁਖਬੀਰ ਸਿੰਘ ਬਾਦਲ ਲੱਗਦੇ ਆ ਤੁਹਾਨੂੰ ਵੀ ਪਾਰਟੀ ਦੁਬਾਰਾ ਸਟੈਂਡ ਕਰ ਦੇਣਗੇ ਜਾਂ ਨਹੀਂ? ਹੁਣ ਲੋਕ ਕੁਝ ਜਿੰਨੇ ਮਰਜ਼ੀ ਜੁਗਾੜ ਕਰ ਲੈਣ, ਲੋਕਾਂ ਨੂੰ ਪਤਾ ਲੱਗ ਗਿਆ ਇਹਨਾਂ ਦਾ ਵੀ ਡਰਾਮੇ ਕਰਦੇ ਨੇ, ਇਹ ਕੁਝ ਵੀ ਕਰ ਸਕਦੇ ਵੀ ਸਾਡੀ ਰਾਜ ਆ ਜੇ। ਇਹ ਐ ਨਹੀਂ ਪਤਾ ਕਾਂਗਰਸ ਨਾਲ ਵੀ ਸਮਝੌਤਾ ਕਰ ਸਕਦੇ, ਪਹਿਲਾਂ ਤਾਂ ਹੈਗਾ ਸ਼ਰੇ ਬਾਜ਼ਾਰ ਵੀ ਕਰ ਸਕਦੇ, ਬਿਲਕੁਲ ਰਲ ਮਿਲ ਕੇ ਵੀ ਆਪਾਂ ਰਾਜ ਲੈ ਆਈਏ। ਪਹਿਲਾਂ ਤਾਂ ਅੰਦਰ ਖਾਤੇ ਕਰਦੇ ਆ, ਇਹ ਸੀਟਾਂ ਦੀ ਵੰਡ ਉਹਨਾਂ ਨਾਲ ਵੀ ਕਰ ਸਕਦੇ। ਆਮ ਆਦਮੀ ਪਾਰਟੀ ਨੇ ਤਕੜੀ ਹੋ ਰਹੀ ਆ, ਇਹ ਕੁਝ ਵੀ ਕਰ ਸਕਦੇ ਨੇ। CPI ਨਾਲ ਸਮਝੌਤਾ ਕਰਨ ਲੱਗੇ, ਸੁਣਿਆ ਅਖਬਾਰਾਂ 'ਚ ਪੜ੍ਹਿਆ। ਬਿਲਕੁਲ ਬਿਲਕੁਲ, ਹਾਂ। ਅਕਾਲੀ ਦਲ ਤੇ CPI ਇਹ ਨਦੀ ਦੇ ਦੋ ਕਿਨਾਰੇ ਨੇ। ਬਿਲਕੁਲ, ਕਾਮਰੇਡ ਕਿਸੇ ਨੂੰ ਮੰਨਦੇ ਨਹੀਂ। ਇਹ ਨੈਚੁਰਲੀ ਗੱਲ ਹੈ। ਸ਼੍ਰੋਮਣੀ ਕਮੇਟੀ ਗੁਰੂ ਸਾਹਿਬਾਂ ਦੀ ਹੁਣ ਤਾਂ ਵੈਸੇ ਕਹਿੰਦੇ ਹੁੰਦੇ ਆ ਵੀ ਜਿਹੜਾ ਅਕਾਲ ਨੂੰ ਮੰਨਦਾ ਉਹ ਅਕਾਲੀ ਹੁੰਦਾ। ਹਾਂ, ਤੁਸੀਂ ਆਪ ਹੀ ਲਾ ਲਓ ਸਾਹਿਬ ਕਿੱਧਰ ਨੂੰ ਜਾ ਰਹੇ ਆ, ਪਰ ਲੋਕਾਂ ਨੂੰ ਪਤਾ ਨਹੀਂ। ਐਤਕੀ ਛਾਲਾਂ ਚੁਕਾ ਦੇਣਗੇ ਇਹਨਾਂ ਦੀਆਂ। ਤੁਸੀਂ ਦੇਖੀ ਜੋ ਬਣਦਾ ਕੀ ਹੈ ਨਾ। ਹਜੇ ਤਾਂ ਟਾਈਮ 2-3 ਮਹੀਨੇ ਪਿਆ, ਜਿਉਂ ਨੇੜੇ ਆਊਗਾ ਪਿੰਡਾਂ 'ਚ ਨਹੀਂ ਬਣ ਦੇਣਾ ਲੋਕਾਂ ਨੇ। ਖੇਤੀ ਕਾਨੂੰਨਾਂ ਨੂੰ ਵੀ ਇਹਨਾਂ ਨੇ ਪਹਿਲਾਂ ਹਾਂ ਪੱਖੀ ਹੰਗਾਰਾ ਭਰਿਆ, ਲੋਕਾਂ ਨੇ ਮਨਾਇਆ, ਧੌਣ ਤੇ ਗੋਡਾ ਰੱਖ ਕੇ ਆਖਿਆ ਵੀ ਆ ਜਾ, ਨਹੀਂ ਘਰੋਂ ਨਹੀਂ ਨਿਕਲਣ ਦੇਣਾ। ਫਿਰ ਚੰਗਾ ਕਹਿਣ ਲੱਗ, ਸਮਝ ਨਹੀਂ ਆਉਂਦੀ, 1 ਮਿੰਟ 'ਚ ਹੀ ਬਦਲ ਜਾਂਦੇ ਨੇ ਆਪਦੇ ਬਿਆਨ। ਪਹਿਲਾਂ ਬਾਦਲ ਸਾਹਿਬ ਕਹਿੰਦੇ ਤਾਂ ਬਹੁਤ ਵਧੀਆ ਜੀ, ਤਾਂ ਪੰਜਾਬ ਲਈ ਇੱਦਾਂ ਨਹੀਂ, ਪੰਜਾਬ ਨੂੰ ਖੁਸ਼ਹਾਲੀ ਲਿਆ ਦੇਣਗੇ, ਇੱਦਾਂ ਜਿਹੜਾ ਤੁਹਾਨੂੰ ਫਸਲਾਂ ਦੇ ਭਾਅ ਮਿਲਣਗੇ, ਨਾਲ ਦੀ ਨਾਲ ਮੁੱਕਰ ਗਏ। ਬਸ ਇਹਨਾਂ ਨੂੰ ਤਾਂ ਇੱਕੋ ਹੀ ਚਾਹੀਦਾ ਵੀ ਸਾਡਾ ਰਾਜ ਨਹੀਂ ਉਹਦਾ ਹੁਣ ਮੁੜ ਕੇ ਯਾਦ ਕਰਿਆ ਕਰਨਗੇ। ਸ਼੍ਰੋਮਣੀ ਅਕਾਲੀ ਦਲ ਨਹੀਂ ਮਾੜਾ, ਉਹ ਬੜੀ ਮਿਹਨਤ ਦੇ ਨਾਲ ਸ਼ਹੀਦੀਆਂ ਦੇ ਕੇ ਉਹ ਬਣੀ ਆ ਸ਼੍ਰੋਮਣੀ ਅਕਾਲੀ ਦਲ। ਉਹਦੇ 'ਚ ਇਹੋ ਜਿਹੇ ਬੰਦੇ ਵੜ ਗਏ, ਇਹ ਲੋਕ ਨਹੀਂ। ਇਹਦੇ ਕਹਿੰਦੇ ਵੀ ਅਸੀਂ ਰਾਜ ਨਹੀਂ, ਸੇਵਾ ਕਰ ਰਹੇ ਹਾਂ। ਸੇਵਾ ਬੜੀ ਕੀਤੀ ਹੈ ਜੀ, 10 ਸਾਲ ਪਰਚਾ ਦਾ ਇੱਕ ਫਾਰਮ ਛਪਾਇਆ ਹੁੰਦਾ ਸੀਗਾ ਇਹਨਾਂ ਦਾ, ਮੰਤਰੀਆਂ ਦਾ, ਉਹ 'ਚ ਨਾਂ ਹੀ ਵੱਧਦੇ ਸੀ। ਇੱਕ ਕੋਈ ਵਿਚਾਰਾ 70 ਸਾਲ ਦੇ ਬੀਬੇ ਚਿੱਟ ਦਾੜੀਏ, ਜਿਨ੍ਹਾਂ ਨੇ ਜ਼ਿੰਦਗੀ ਭਰ ਚਿੱਟੀ ਚਾਦਰ 'ਤੇ ਦਾਗ ਨਹੀਂ ਲੱਗਣ ਦਿੱਤਾ, ਉਹਨਾਂ ਨੂੰ ਬਲਾਤਕਾਰ ਵਰਗੇ ਪਰਚਿਆਂ 'ਚ ਫਸਾ ਕੇ ਉਹਨਾਂ ਨੇ ਐਸਾ ਕਲੰਕ ਲਾਇਆ। ਉਹ ਕਹਿੰਦਾ ਨਹੀਂ ਮੈਂ ਇਹੋ ਜਿਹਾ ਹੈ ਨਹੀਂ, ਉਹਦੇ ਬੱਚੇ ਕਹਿੰਦੇ ਨਹੀਂ, ਨਗਰ ਕਹਿੰਦਾ ਨਹੀਂ, ਪਰ ਜਦੋਂ ਕਿਹੜਾ ਦਾਗ ਲੱਗ ਜੇ ਉਹ ਕਿਵੇਂ ਲਾਹੂਗਾ? ਲੋਕਾਂ ਨੂੰ ਪਤਾ, ਰੱਬ ਨੂੰ ਪਤਾ ਵੀ ਸਾਫ਼ ਸੁਥਰਾ ਇਹਨਾਂ ਨੇ ਤਾਂ ਇਹੋ ਜਿਹੀਆਂ ਕਰਤੂਤਾਂ ਕੀਤੀਆਂ। ਆਪਦੇ ਪਿਓ ਵਰਗੇ ਬਾਪ ਦੇ ਸਮਾਨ ਆਪਦੇ ਉਸ ਬਜ਼ੁਰਗਾਂ ਨੂੰ ਨਹੀਂ ਬਖਸ਼ਿਆ ਜਿਨ੍ਹਾਂ ਨੇ ਕਿਤੇ ਇੱਕ ਧੱਬਾ ਨਹੀਂ ਲੱਗਣ ਦਿੱਤਾ ਆਪਦੀ ਜ਼ਿੰਦਗੀ ਦੇ ਵਿੱਚ, ਆਪਦੇ ਕਰੈਕਟਰ ਨੂੰ, ਆਪਣੀ ਇੱਜ਼ਤ ਨੂੰ। ਜਿਹਦਾ ਮਰਜ਼ੀ ਲਾਓ ਜੀ, ਉਹਦੇ ਪਰਚਾ ਦੇ ਦਾਂਗੇ, ਨਹੀਂ ਸਾਨੂੰ ਵੋਟ ਪਾਓ। ਇਹ ਤਾਂ ਮੁਗਲਾਂ ਨੂੰ ਟੱਪ ਗਏ। ਉਹ ਤਾਂ ਕਹਿੰਦੇ ਤੁਸੀਂ ਆਪਦਾ ਜਿਹੜਾ ਧਰਮ ਤਬਦੀਲ ਕਰੋ, ਇਹ ਕਹਿੰਦੇ ਤੁਸੀਂ ਪਾਰਟੀ ਤਬਦੀਲ ਕਰੋ, ਨਹੀਂ ਤੁਹਾਡੇ ਪਰਚੇ ਦੇ ਦਾਂਗੇ, ਤੁਹਾਡਾ ਕਰ ਦਾਂਗੇ, ਉਹ ਕਰ ਦਾਂਗੇ। ਬਰਬਾਦ ਕੀਤੇ ਵੀ ਹੈ। ਇਹੀ ਕੰਮ ਹੋਣ ਵਾਲਾ ਦਾ ਹੋਇਆ। ਇਹ ਧੱਕਾ ਨਹੀਂ ਸਹਿੰਦੇ ਲੋਕ। ਪਰਚਿਆਂ 'ਤੇ ਕੀ ਪਰਚੇ ਬਥੇਰੇ ਹੋ ਗਏ, ਕੀ ਕਰ ਲਿਆ ਉਹਨਾਂ ਦਾ? ਫਾਂਸੀ ਟੰਗ ਨਹੀਂ ਸਕਦੇ। ਜੇ ਉਹ ਵੀ ਹੋਵੇ ਤਾਂ ਕਰ ਸਕਦੇ ਆ, ਮੈਨੂੰ ਪਤਾ। ਆਤਮਾ ਦੇ ਵਿੱਚ ਇਹਨਾਂ ਦਾ ਇਹ ਪੱਥਰ ਦਿਲ ਨੇ ਜੀ, ਕਿਸੇ ਦੀ ਨਹੀਂ। ਸਿਰਫ ਇਹਨਾਂ ਨੂੰ ਆਏ ਸਾਨੂੰ ਜਿੱਤ ਹੋ ਜੇ, ਸਾਡੀ ਗੱਦੀ ਮਿਲ ਜੇ, ਸਾਨੂੰ ਸਹੂਲਤਾਂ ਮਿਲ ਜਾਣ। ਆਪਣੇ ਬੱਚਿਆਂ ਲਈ ਜਿਉਂਦੇ ਨੇ।
ਕਿਹੜੀ ਇਹਨਾਂ ਦੇ ਬੱਚਿਆਂ ਨੇ ਇਹੋ ਜਿਹੀ ਸਮਾਜ ਦੇ ਵਿੱਚ ਕਿਹੜੀ ਸੇਵਾ ਕੀਤੀ ਹੈ, ਕਿਹੜੀ ਇਹਨਾਂ ਨੇ ਸਮਾਜ ਦੇ ਵਿੱਚ ਮੱਲਾਂ ਮਾਰੀਆਂ ਵੀ ਕਿਸੇ ਨੇ ਤਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਣ, ਸਾਡੇ ਬੱਚੇ ਚੇਅਰਮੈਨ ਲਾ ਦਿਓ। ਆਪਣਾ ਘਰ ਇਹ ਤਾਂ ਰਿਆਸਤਾਂ ਬਣ ਗਈਆਂ, ਇੱਕ ਵੱਡੀ ਰਿਆਸਤ ਹੋ ਗਈ, ਥੱਲੇ ਵਿਧਾਨ ਸਭਾ ਦੀ ਰਿਆਸਤ ਹੋ ਗਈ, ਹੁਣ ਮੁੰਡਿਆਂ ਨੂੰ ਤੋਰ ਲੈ, 2-2 ਟਿਕਟਾਂ ਮੰਗ ਰਹੇ ਨੇ, ਆਪ ਮੰਤਰੀ ਬੱਚੇ ਚੇਅਰਮੈਨ। ਮੇਰਾ ਖਿਆਲ ਹੈ ਵੀ 5-7 ਹੋਣ ਤਾਂ ਜੇ ਸਾਰੇ ਆਪ ਦੇ ਵਿੱਚ ਹੀ ਵੰਡ ਲਿਆ ਕਰਨ, ਸਾਰੀ ਸਰਪੰਚੀ ਪੰਚੀਆਂ ਤੋਂ ਲੈ ਕੇ। ਤੁਹਾਡਾ ਲਾਣਾ ਵੀ ਵੱਡਾ ਹੁੰਦਾ ਜਾਂਦਾ ਹੈ। ਹਾਂਜੀ, ਕੱਲ ਇੰਦਰਜੀਤ ਸਿੰਘ ਮਾਨ ਭਗਤਾ ਭਾਈ ਕਾ ਆਇਆ, ਵੈਲਕਮ ਕਰਦੇ ਜੀ, ਬਹੁਤ ਖੁਸ਼ੀ ਹੋਈ ਹੈ ਕਿਉਂਕਿ ਉਹ ਵੀ ਕਾਂਗਰਸ ਦੇ ਵਿੱਚ ਵਧੀਆ ਉਹਨਾਂ ਦਾ ਥਾਂ ਸੀਗੀ, ਉਹ ਛੱਡ ਕੇ ਆ ਕੇ ਦੁਖੀ ਹੋਏ ਛੱਡ ਕੇ ਆਇਆ ਸਰ। ਹਜੇ ਹੋਰ ਆਉਣਗੇ, ਬਹੁਤ ਆਉਣਗੇ। ਅੰਦਰੋਂ ਖਾਤੇ ਕਹਿੰਦੇ ਖਾਸਿਆਂ ਦੀ ਗੱਲਬਾਤ ਚੱਲ ਰਹੀ ਹੈ। ਮੈਂ ਤਾਂ ਕਹਿੰਦੀ ਗੱਲਬਾਤ ਚੱਲੇ ਇੱਥੇ, ਅਸੀਂ ਤਾਂ ਇੱਕੋ ਸਾਡਾ ਤਾਂ ਹੈਗਾ ਜੀ ਪਰਨ, ਇੱਕੋ ਹੀ ਧਾਰ ਕੇ ਆਏ ਹਾਂ। ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਉਣੀ ਆ। ਅਸੀਂ ਜਿਹੜੇ ਹਲਕਿਆਂ 'ਚ ਡਿਊਟੀ ਲਾਈ ਉੱਥੋਂ ਅਸੀਂ ਜਿੱਤ ਕੇ ਕੇਜਰੀਵਾਲ ਸਾਹਿਬ ਅਤੇ ਭਗਵੰਤ ਸਿੰਘ ਮਾਨ ਦੀ ਝੋਲੀ ਪਾਉਣਾ। ਪਾਰਟੀ ਦੀ ਜਿੱਤ ਲਈ ਅਸੀਂ ਤੁਰੇ ਫਿਰਦੇ ਹਾਂ। ਕੈਂਡੀਡੇਟ ਕੋਈ ਵੀ ਹੋਵੇ, ਕਿਸੇ ਵੀ ਹਲਕੇ 'ਚ ਜਿਹੜਾ ਵੀ ਕੈਂਡੀਡੇਟ ਹੋ, ਅਸੀਂ ਤੁਹਾਨੂੰ ਮਦਦ ਕਰਾਂਗੇ, ਦਿਨ ਰਾਤ ਇੱਕ ਕਰਾਂਗੇ। ਸਿੱਧੂ ਸਾਹਿਬ, ਹਲਕਾ ਰਾਮਪੁਰਾ ਫੂਲ ਦਾ ਜੇ ਪਿਛਲੇ 3 ਦਹਾਕਿਆਂ ਦਾ ਇਤਿਹਾਸ ਫਰੋਲ ਲਈਏ, 1992 ਤੋਂ ਲੈ ਕੇ ਤੇ ਇੱਥੇ 4 ਵਾਰ ਮੰਤਰੀ ਪਦ ਰਿਹਾ ਹੈ। 2 ਵਾਰ ਸਰਦਾਰ ਸਿਕੰਦਰ ਸਿੰਘ ਮਲੂਕਾ ਬਣ ਗਏ, ਇੱਕ ਵਾਰ ਹਰਬੰਸ ਸਿੰਘ ਸਿੱਧੂ ਬਣ ਗਏ ਤੇ ਇੱਕ ਵਾਰੀ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ ਬਣ ਗਏ। ਜੇ ਤੁਹਾਨੂੰ ਪਾਰਟੀ ਦਿੰਦੀ ਹੈ ਤਾਂ ਫਿਰ ਕੀ ਰਣਨੀਤੀ ਤੇ ਰਾਜਨੀਤੀ ਹੋਊਗੀ ਇਹਨਾਂ ਦੇ ਖਿਲਾਫ ਦੋਨਾਂ ਦੇ ਲੜਨ ਦੇ ਲਈ? ਦੇਖੋ ਜੀ, ਇਹ ਤਾਂ ਲੜਾਈ ਹੈ ਜਿਹੜੀ ਮੇਰੇ ਇਕੱਲੇ ਦੀ ਨਹੀਂ, ਸਾਰਿਆਂ ਦੀ ਲੜਾਈ ਹੈ। ਜਿਹੜਾ ਵੀ ਇੱਥੇ ਕੈਂਡੀਡੇਟ ਆਊਗਾ ਜੀ, ਦਿਨ ਰਾਤ ਮਿਹਨਤ ਕਰਕੇ ਅਸੀਂ ਇਹ ਹਲਕਾ ਜਿੱਤਣਾ। ਮੈਂ ਤਾਂ ਆਪਦੀ ਗੱਲ ਹੀ ਨਹੀਂ ਕਰਦਾ, ਮੈਂ ਨਹੀਂ ਗੱਲ ਕਰਦਾ, ਮੇਰੇ ਤੋਂ ਤਾਂ ਲੈ ਕੇ ਨਾ ਆਓ ਜੀ, ਚਲੋ ਕੋਈ ਵੀ ਹੈਗਾ। ਹਾਂ, ਆਪਾਂ ਤਾਂ ਇੱਕੋ ਗੱਲ ਹੈ ਵੀ ਅਸੀਂ ਤਾਂ ਇਹਨਾਂ ਦੋਨਾਂ ਨਾਲ ਸਾਡੀ ਲੜਾਈ ਹੈ ਇੱਥੇ। ਕਿਸੇ ਦਾ ਸਾਡੀ ਤਾਂ ਕਾਂਗਰਸ ਤੇ ਅਕਾਲੀਆਂ ਨਾਲ ਲੜਾਈ ਹੈ, ਜਿੱਥੇ ਜਿਹੜਾ ਮਰਜ਼ੀ ਕੋਈ ਮਰਜ਼ੀ ਕੈਂਡੀਡੇਟ ਕੋਈ ਮਰਜ਼ੀ। ਸਰ, ਕੀ ਆਮ ਆਦਮੀ ਪਾਰਟੀ ਦਾ ਜਾਂ ਤੁਹਾਡਾ ਕੀ ਹੈ ਹਲਕਾ ਰਾਮਪੁਰਾ ਫੂਲ ਨੂੰ ਲੈ ਕੇ, ਹਲਕਾ ਮੌੜ ਨੂੰ ਲੈ ਕੇ, ਪੂਰੇ ਜੇ ਬਠਿੰਡੇ ਜ਼ਿਲ੍ਹੇ ਨੂੰ ਲੈ ਕੇ ਕਿਹੜੇ ਵਿਕਾਸ ਦੇ ਕਾਰਜ ਆ ਜਾਂ ਕੀ ਕੁਛ ਕਰਨਾ ਚਾਹੁੰਦੀ ਆ ਪਾਰਟੀ? ਤੁਹਾਡੇ ਨਾਲ ਵੱਡੇ ਤੁਹਾਡੇ ਲੀਡਰਾਂ ਦੀ ਵੀ ਗੱਲ ਹੁੰਦੀ ਆ ਜਾਂ ਪਾਰਟੀ ਦਾ ਕੋਈ ਮੈਨੀਫੈਸਟੋ ਹੁੰਦਾ, ਉਹ ਜਿਹੇ 'ਚ ਕੀ ਹੈ? ਮੈਨੀਫੈਸਟੋ ਤਿਆਰ ਹੋਊਗਾ ਜੀ, ਜਿਹੜਾ ਤਿਆਰ ਹੋਊਗਾ ਉਹ ਸੋਚ ਸਮਝ ਕੇ ਤਿਆਰ ਹੋਊਗਾ। ਜਿਹੜੀ ਗੱਲ ਕਹਾਂਗੇ ਉਹ ਪੂਰੀ ਕਰਾਂਗੇ। ਇੱਦਾਂ ਨਹੀਂ ਅਸੀਂ ਲਿਫਾਫੇ ਫੜਾ ਕੇ ਨਹੀਂ ਭੇਜਦੇ, ਝੂਠ ਨਹੀਂ, ਕੱਲ੍ਹ ਨੂੰ ਝੂਠ ਮਾਰਾਂਗੇ ਤੇ ਉਹ ਫੜਿਆ ਜਾਂਦਾ। ਕਿੰਨਾ ਕੁ ਚਿਰ ਆ ਜੀ? 5 ਦੇ 50 ਸਾਲ ਤਾਂ ਹੈ ਨਹੀਂ। ਮੈਂ ਕਹਿੰਦਾ ਹੁੰਦਾ ਵੀ 5 ਸਾਲ ਆ, 50 ਨਹੀਂ। ਜੇ 50 ਹੋਣ ਤੱਕ ਕਹਿੰਦਾ ਜ਼ਿੰਦਗੀ ਲੰਘ ਜੂ ਯਾਰ, ਕੋਈ ਨਹੀਂ। ਇਹ 5 ਨੂੰ 0 ਲਾ ਲੈਂਦੇ ਨੇ। ਉਹ 5 ਪਹਿਲਾਂ ਤਾਂ 2.5 ਸਾਲ ਦਾ ਚੌੜ 'ਚ ਲੰਘ, ਬੱਲੇ ਬੱਲੇ ਕਰਦੇ, ਮੁੜ ਕੇ ਫਿਕਰਾਂ 'ਚ ਲੰਘ ਜਾਂਦੇ ਨੇ। ਹੁਣ ਜ਼ਿਆਦਾ ਹੀ ਫਿਕਰ ਆ ਹੋਏ ਪਿਆ, ਹੁਣ ਬੌਂਦਲੇ ਫਿਰਦੇ ਆ। ਹਾਂ, ਸੱਚੀ ਬੌਂਦਲੇ ਫਿਰਦੇ ਆ। ਸਰ, ਕੀ ਕਹਿਣਾ ਚਾਹੋਗੇ ਪੰਜਾਬ ਦੇ ਵੋਟਰਾਂ ਨੂੰ ਜਾਂ ਹਲਕਾ ਬਸ ਆਪਣੇ ਏਰੀਏ ਦੇ ਵੋਟਰਾਂ ਨੂੰ? ਬਸ ਮੈਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੀ, ਆਪਾਂ ਇਹਨਾਂ ਤੋਂ ਖਹਿੜਾ ਛਡਾ ਲਈਏ ਅਤੇ ਪੰਜਾਬ ਆ ਜਿਹੜਾ ਉਹ ਲੀਹਾਂ 'ਤੇ ਆ ਜੇ। ਇਸੇ ਕਰਕੇ ਆਪਾਂ ਇਸ ਮੈਦਾਨ 'ਚ ਉਤਰੇ ਹਾਂ, ਜੰਗ ਲੜਨ ਲਈ ਆਏ ਹਾਂ। ਤੁਸੀਂ ਬਹੁਤ ਕੁਝ ਦੇ ਦਿੱਤਾ ਮੈਨੂੰ, ਅਤੇ ਹੁਣ ਬਾਕੀ ਜ਼ਿੰਦਗੀ ਹੈ ਇੱਦਾਂ ਹੀ ਆ ਵੀ ਪੰਜਾਬ ਦੇ ਲੇਖੇ ਲਾ ਦਈਏ। ਸੌਖੇ ਤੁਸੀਂ ਕੀਤਾ, ਅਤੇ ਜੇ ਸਾਡੇ ਗੱਭਰੂ ਖੁਸ਼ੀ ਆਪਣੀ ਇੱਥੇ ਜੀਵਨ ਬਸਰ ਕਰਨ, ਖੁਸ਼ੀਆਂ ਬਾਹਰ ਜਾਣ, ਅਗਲੇ ਦੀ ਮਰਜ਼ੀ ਆ, ਪਰ ਪੰਜਾਬ ਨੂੰ ਆਪਾਂ ਲੀਹਾਂ 'ਤੇ ਲੈ ਕੇ, ਸਾਨੂੰ ਕੈਲੀਫੋਰਨੀਆ ਨਹੀਂ ਚਾਹੀਦਾ, ਸਾਨੂੰ ਰੰਗਲਾ ਪੰਜਾਬ, ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ, ਉਹੀ ਰੰਗਲਾ ਪੰਜਾਬ ਨੂੰ ਵਾਪਸ ਲੈ ਕੇ ਆਉਣਾ ਸੀ। ਸਾਨੂੰ ਸਾਡਾ ਪੰਜਾਬ ਚਾਹੀਦਾ। ਮੇਰੇ ਸਵਾਲਾਂ 'ਚੋਂ ਸਵਾਲ ਉੱਠ ਖੜਿਆ। ਪਿਛਲੇ 15 ਸਾਲ 1.5-2 ਸਾਲ, ਸਵਾ ਕੁ ਸਾਲ ਕਰੋਨਾ ਨੂੰ ਛੱਡ ਕੇ ਪੰਜਾਬ ਦੀ ਜਵਾਨੀ ਬਾਹਰ ਗਈ ਹੈ ਅਤੇ ਤੁਸੀਂ ਵੀ ਅਕਸਰ ਫੋਰਨ ਦੇ ਟੂਰ ਲਾਉਂਦੇ ਰਹਿੰਦੇ ਹੋ। ਕਿਹੋ ਜਿਹੇ ਹਾਲਾਤ ਹੁੰਦੇ ਆ ਜੀ ਸਿੱਧੂ ਸਾਹਿਬ? ਮੈਂ ਇਹ ਇੱਕ ਸਮਾਜਿਕ ਸਵਾਲ ਹੈ, ਤੁਹਾਡੇ ਜ਼ਰੀਏ ਮੈਂ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਦੇ ਰਾਹੀਂ ਉਹਨਾਂ ਕੋਲੇ ਜਾਂ ਉਹਨਾਂ ਦੇ ਮਾਪਿਆਂ ਕੋਲੇ ਸੁਨੇਹਾ ਪਹੁੰਚਾਉਣਾ ਚਾਹੁੰਦਾ ਵੀ ਤੁਸੀਂ ਕੀ ਮਹਿਸੂਸ ਕਰਦੇ ਹੋ। ਤੁਸੀਂ ਜਾਣਦੇ ਹੋ, ਤੁਸੀਂ ਇਹ ਵੀ ਦੱਸਿਆ ਵੀ ਤੁਹਾਡੇ ਰਿਸ਼ਤੇਦਾਰ ਵੀ ਨੇ ਉੱਥੇ ਜਾਂ ਤੁਹਾਡੇ ਬੱਚੇ ਵੀ ਨੇ। ਦੇਖੋ ਜੀ, ਘਰ ਛੱਡਣਾ, ਮਾਪੇ ਛੱਡਣੇ ਬਹੁਤ ਔਖੇ ਜੀ। ਨਾਲੇ ਨੇੜੇ ਤੇੜੇ ਹੋਵੇ ਬੰਦਾ ਭੱਜ ਕੇ ਚੱਲ ਜੇ, ਬੱਸ ਚੜ੍ਹ ਕੇ ਜਾ ਵੜੇ, ਹੋਰ ਕਿਸੇ ਸਾਧਨ 'ਤੇ ਜਾ ਵੜੇ। ਹੁਣ ਵਿਦੇਸ਼ਾਂ 'ਚ ਬੈਠਾ ਬੱਚਾ ਨਾਲ ਤਾਂ ਪੜ੍ਹਦਾ, ਨਾਲੇ ਫੀਸ ਇਕੱਠੀ ਕਰਦਾ, ਦਿਨ ਰਾਤ ਮਿਹਨਤ ਕਰਦਾ। ਪੜ੍ਹਾਈ ਕਰਨ ਵਾਸਤੇ ਮਹਿੰਗੀਆਂ, ਉੱਥੇ ਬਹੁਤ ਮਹਿੰਗਾ ਪੜ੍ਹਾਈ ਆ, ਫੀਸਾਂ ਬਹੁਤ ਜ਼ਿਆਦਾ ਆ ਜੀ, ਕਿਉਂਕਿ ਡਾਲਰਾਂ ਦੇ ਵਿੱਚ ਕਨਵਰਟ ਹੁੰਦਾ। ਡਾਲਰਾਂ 'ਚ ਕਨਵਰਟ। ਜੇ ਕਿਤੇ ਉੱਥੇ ਬੱਚਾ ਬਿਮਾਰ ਹੋ ਜਾਂਦਾ ਨਾ, ਜਿਹੜੇ ਇਕੱਠੇ ਰਹਿੰਦੇ ਆ ਬੱਚੇ,
ਦੂਜੇ ਨੇ ਪੜ੍ਹਾਈ ਵੀ ਕਰਨੀ ਹੁੰਦੀ, ਉਹਨੇ ਆਪਦੀ ਡਿਊਟੀ ਵੀ ਕਰਨੀ ਤੇ ਕਿਉਂਕਿ ਰੋਟੀ ਵੀ ਕਮਾ ਕੇ ਖਾਣੀ ਆ, ਫੀਸਾਂ ਵੀ ਉੱਥੋਂ ਕੱਢਣੀਆਂ। ਚਲੋ ਕਈ ਪਰਿਵਾਰ ਚੰਗੇ ਜਿਹੜੇ ਇੱਥੋਂ ਭੇਜ ਦਿੰਦੇ ਆ, ਸਾਰੇ ਬਰਾਬਰ ਨਹੀਂ ਹੁੰਦੇ। ਨਹੀਂ ਬਿਲਕੁਲ। ਉੱਥੇ ਬੱਚਾ ਜਦੋਂ ਬਿਮਾਰ ਹੋ ਜਾਂਦਾ ਨਾ, ਉਹ ਘਰੇ ਜੇ ਫੋਨ ਕਰਦਾ ਤਾਂ ਵੀ ਮਰਦਾ। ਉਹ ਤਾਂ ਔਖਾ ਹੁੰਦਾ ਹੀ ਹੁੰਦਾ। ਉਹਦੇ ਫਰੈਂਡ ਦੋਸਤ ਮਿੱਤਰ ਕਹਿੰਦੇ ਕੋਈ ਨਹੀਂ ਅਸੀਂ 4 ਘੰਟੇ ਡਿਊਟੀ ਕਰਕੇ ਆ ਗਏ ਜਾਂ ਇੱਕ ਕੋਲੇ ਬੈਠ ਜਾਂਦੇ ਹਾਂ। ਜੇ ਅਤੀ ਬਿਮਾਰ ਹੋ ਜੇ ਬੱਚੇ ਨੂੰ, ਉਲਟੀਆਂ ਟੱਟੀਆਂ ਲੱਗ ਜਾਣ ਜਾਂ ਬੁਖਾਰ ਚੜ੍ਹ ਜਾ, ਪੇਟ ਸਿਰ ਦਰਦ ਕਰਦਾ, ਬੋਡੀ ਪੇਨ ਕਰਦੀ ਹੋਵੇ, ਮਾਂ ਕਰ ਜਦੋਂ ਨਾ ਦੁਖੀ ਹੁੰਦਾ ਬੰਦਾ, ਹਾਏ ਮਾਂ ਕਹਿੰਦਾ। ਬਿਲਕੁਲ। ਜਦੋਂ ਕਿਤੇ 6 ਵਜੇ ਹਾਏ ਉਹ ਬਾਪੂ ਮਰ ਗਏ, ਦੋ ਗੱਲਾਂ ਉਹਦੇ ਆਉਂਦੀਆਂ ਰੱਬ ਨੂੰ। ਜੀ ਬਿਲਕੁਲ ਬਿਲਕੁਲ। ਜੇ ਘਰੇ ਮਾਪਿਆਂ ਨੂੰ ਦੱਸਦਾ ਤੇ ਮਾਪੇ ਨਾਲ ਤਾਂ ਉੱਡ ਕੇ ਜਾਣ, ਕਿਉਂਕਿ ਉਹ ਦੱਸਦੇ ਨਹੀਂ ਵੀ ਯਾਰ ਮੇਰੀ ਮਾਂ ਕਿਵੇਂ ਰੋਊਗੀ ਤੇ ਕਿਵੇਂ ਉਹ ਦਿਨ ਕੱਟੂਗੀ, ਮੇਰਾ ਪੁੱਤ ਹੈ ਮੇਰੇ ਕੋਲ ਉੱਡ ਕੇ ਆ ਜੀ, ਮੈਂ ਉਹਦਾ ਸਿਰ ਘੁੱਟਦਾ, ਮੈਂ ਉਹਨੂੰ ਦਵਾਈ ਦੇ ਦਾਂ। ਇਹ ਜਿਹੜੇ ਵਕਤ ਆ ਨਾ ਉਹ ਔਖੇ ਹੋਏ ਜੇ ਮਾਪਿਆਂ ਨੂੰ ਦੱਸਦੇ ਤੇ ਮਾਪੇ ਇੱਥੇ ਤੜਫਦੇ ਆਏ। ਇਹ ਹਾਲਾਤ ਇੱਦਾਂ ਦੇ ਹੋਏ ਪਏ ਆ ਕਿਉਂਕਿ ਸਾਡੀਆਂ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਇੱਥੋਂ ਜਵਾਨੀ ਜਾ ਰਹੀ ਆ। ਉੱਥੇ ਫੇਰ ਵੀ ਖੁਸ਼ ਨੇ, ਤੜਕੇ ਉੱਠਦੇ ਆ, ਗੱਡੀ ਐ ਲੱਗਦੇ ਵੀ ਬਰਫ਼ ਦਾ ਢੇਰ ਆ, ਉਹ ਤੋਂ ਲਾਹ ਕੇ ਪਾਸੇ ਕਰਕੇ ਗੱਡੀਆਂ ਲੈ ਕੇ ਜਾਂਦੇ। ਬਾਹਰ ਨਿਕਲਦੇ ਸਨੋ ਪੈਂਦੀ ਹੈ ਸਿਰਾਂ 'ਚ, ਬੱਚਿਆਂ ਕੋਲ ਗੱਡੀਆਂ ਵੀ ਹੈ ਨਹੀਂ, ਉਹ ਤੁਰ ਕੇ ਜਾਂਦੇ ਨੇ, ਤੁਰ ਕੇ ਪੜ੍ਹਾਈ ਕਰਨ ਜਾਂਦੇ, ਬੱਸ ਸਟੈਂਡ 'ਤੇ ਜਾਂਦੇ ਨੇ, ਭਿੱਜ ਜਾਂਦੇ ਨੇ। ਕਿੰਨਾ ਮਿੰਟ 'ਚ, ਕਿੰਨਾ 20 ਮਿੰਟ 25 ਮਿੰਟ 40 ਮਿੰਟ ਚੱਲ ਜਾਂਦਾ ਗਾ ਉੱਥੇ ਟੈਂਪਰੇਚਰ। ਫੇਰ ਵੀ ਖੁਸ਼ ਆ। ਟਰੱਕਾਂ 'ਤੇ 10-10 15 ਦਿਨਾਂ ਦੀ ਰੋਟੀਆਂ ਲੈ ਕੇ ਜਾਂਦੇ ਨੇ, ਫੇਰ ਵੀ ਖੁਸ਼ ਹੈ। ਮੇਰੇ ਰਿਸ਼ਤੇਦਾਰ ਕਹਿੰਦੇ ਵੀ ਜੇ ਅਸੀਂ ਆ ਕੇ ਸੱਜਰੀ ਖਾ ਲੈਂਦੇ ਅਸੀਂ ਬਿਮਾਰ ਹੋ ਜਾਂਦੇ ਉਹਦੇ ਨਾਲ, ਪਰ ਖੁਸ਼ ਆ ਉੱਥੇ ਜ਼ਿੰਦਗੀ, ਕਿਉਂਕਿ ਉੱਥੇ ਮਿਹਨਤ ਕਰਨਾ ਮਿਲਦਾ। ਉੱਥੇ ਹਰ ਬੰਦਾ ਬਰਾਬਰ ਹੈ, ਹੱਕ ਬਰਾਬਰ ਹੈ, ਸਾਰਿਆਂ ਲਈ ਇੱਕੋ ਹੀ ਹੈਗਾ ਉੱਥੇ ਕਾਨੂੰਨ। ਇੱਥੇ ਵੱਡਿਆਂ ਲਈ ਕਾਨੂੰਨ ਅੱਡ ਆ, ਛੋਟਿਆਂ ਲਈ ਅੱਡ ਆ, ਗਰੀਬਾਂ ਲਈ ਅੱਡ ਹੈ। ਉਸੇ ਪਲੇਟਫਾਰਮ 'ਤੇ ਇੱਕ ਨੂੰ ਸਲਾਮ ਹੁੰਦੀ ਹੈ ਤੇ ਇੱਕ ਦੇ ਉੱਥੇ ਡਾਂਗ ਵਰਦੀ ਹੈ। ਅਤੇ ਇਹੀ ਫਰਕ ਹੈ ਜੀ ਉਹਨਾਂ ਦੇਸ਼ਾਂ ਦਾ। ਅਤੇ ਆਪਾਂ ਲੋਕ ਜਿਹੜੇ ਇੱਥੇ ਪੰਜਾਬ ਦੇ ਵਿੱਚ ਇੰਨੀ ਵਧੀਆ ਧਰਤੀ, ਇੰਨਾ ਵਧੀਆ ਵੈਦਰ ਆ, ਜਿਹੜਾ ਇੱਥੋਂ ਛੱਡ ਕੇ ਜਾਣਾ ਜਿਹੜਾ ਸਾਨੂੰ ਮਜਬੂਰ ਕਰਤਾ ਇਹਨਾਂ ਲੋਕਾਂ ਨੇ। ਇਹ ਸਨ ਸਰਦਾਰ ਬਲਕਾਰ ਸਿੱਧੂ ਜੀ, ਜਿਨ੍ਹਾਂ ਨੇ ਇਸ ਸਮੁੱਚੀ ਇੰਟਰਵਿਊ ਦੌਰਾਨ ਸਮਾਜਿਕ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਸਿਆਸੀ ਗੱਲਾਂ ਨਾਲੋਂ। ਧੰਨਵਾਦ ਹੈ ਇਹਨਾਂ ਦਾ। ਪਰਮਾਤਮਾ ਪੰਜਾਬ ਨੂੰ ਇਹਨਾਂ ਦੇ ਕਹੇ ਮੁਤਾਬਕ ਜਾਂ ਸਾਡੀ ਵੀ ਸੋਚ ਮੁਤਾਬਕ ਹੱਸਦਾ ਅਤੇ ਵਸਦਾ ਰੱਖੇ, ਤਾਂ ਜੋ ਪੰਜਾਬੀ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਜਹਾਜ਼ਾਂ ਦਾ ਉੱਡਣਾ ਬੰਦ ਹੋਵੇ। ਪੰਜਾਬ ਦੀਆਂ ਹਾਕਮ ਧਿਰਾਂ ਨੂੰ ਇੰਨੀ ਸਮੱਤ ਬਖਸ਼ੇ ਵੀ ਉਹ ਕਾਨੂੰਨ ਦਾ ਜਿਹੜਾ ਦਾਇਰਾ ਉਹ ਸਾਰਿਆਂ ਲਈ ਇੱਕੋ ਸਾਰ ਰੱਖੇ। ਹੁਣ ਵੇਖਦੇ ਹਾਂ ਭਵਿੱਖ 2022 ਦਾ ਕਿੱਧਰ ਨੂੰ ਸਾਨੂੰ ਲੈ ਕੇ ਜਾਂਦਾ। ਮੈਂ ਲੁਭਾਸ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ, ਬੰਟੀ ਦੀਕਸ਼ਤ ਤੇ ਗੁਰਪ੍ਰੀਤ ਸਿੰਘ, ਚੈਨਲ 7 ਡੇ ਨਿਊਜ਼।